ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਾਰੇ ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰੇਨ ਲਾਥਾ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰੇਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਗੁਰ ਪੂਰੈ ਹਰ ਨਾਮ ਦ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ। ਰਾਹੁ ਬਿਨ ਗੁਰ ਮੋੜ ਭਏ ਹੈ ਮਨ ਮੁਖ। ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਸੇਵੇ ਕਬਹੁ। ਤਿਨ ਸਭ ਜਨਮ ਅਕਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ। ਤਿਨ ਸਫਲ ਓ ਜਨਮ ਸਨਾਥਾ। ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ। ਹਰ ਦਇਆ ਧਾਰ ਜਗਨਨਾਥਾ। ਹਮ ਅੰਧਲੇ ਗਿਆਨਹੀਨ ਅਗਿਆਨੀ। ਕਿਉ ਚਾਲਹ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ। ਜਨ ਨਾਨਕ ਚਲਹ ਮਿਲੰਥਾ। ਹਮ ਅੰਧਲੇ ਗਿਆਨਹੀਨ ਅਗਿਆਨੀ। ਕਿਉ ਚਾਲਹ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ। ਜਨ ਨਾਨਕ ਚਲਹ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
जैत सरी महला चौथा। कार पहला चौपदे। एक ओंकार सतगुर प्रसाद। मेरा हीरा रतन नाम हर बसिया। गुर हाथ धरियो मेरा माथा। जन्म जन्म के किल बिख दुख उतरे। गुर नाम दियो रिन लाथा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਅੱਜ ਦੇ ਪਾਵਨ ਪਵਿੱਤਰ ਮਹਾਫਰਮਾਨ ਹੁਕਮਨਾਮਾ ਸਾਹਿਬ ਜੀ ਆਪ ਜੀ ਤੋਂ ਖਿਮਾ ਔਰ ਇਜਾਜ਼ਤ ਮੰਗ ਕੇ ਸਤਿਗੁਰਾਂ ਜੀ ਦਾ ਨਾਮ ਲੈ ਕੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਵਾਰਤਾ ਸ਼ੁਰੂ ਕਰਦੇ ਹਾਂ। ਅੱਜ ਦਾ ਪਾਵਨ ਪਵਿੱਤਰ ਮਹਾਫਰਮਾਨ ਜੈਤਸਰੀ ਰਾਗ ਦੇ ਵਿੱਚ ਪਾਤਸ਼ਾਹ ਚੌਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਇਆ ਹੈ। ਜੈਤਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਜੈਤਸਰੀ ਰਾਗ ਹੈ ਔਰ ਜੈਤਸਰੀ ਰਾਗ ਦੇ ਵਿੱਚ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਅਗਰ ਕੋਈ ਗਾਇਨਾ ਗਾਇਕ ਜਨ ਕਰਨੀ ਚਾਹੁਣ, ਰਾਗੀ ਜਨ ਕਰਨੀ ਚਾਹੁਣ ਤਾਂ ਸਤਿਗੁਰਾਂ ਵੱਲੋਂ ਮਿੱਥਿਆ ਹੁਕਮਨ ਰਾਗ ਜੈਤਸਰੀ ਹੈ। ਮਾਵਲਾ ਚੌਥਾ ਦਾ ਅਰਥ ਹੈ ਪਾਤਸ਼ਾਹ ਚੌਥੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਬਾਣੀ ਘਰ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮਾਤਮਾ ਖੁਦਾ ਅੱਲਾ ਭਗਵਾਨ ਰੱਬ ਕੇਵਲ ਇੱਕ ਹੈ, ਇੱਕ ਓਂਕਾਰ। ਪਰ ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਸਦਕਾ ਹੈ। ਗੁਰੂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਹੈ। ਤੋ ਜਿਸ ਨੇ ਅਕਾਲ ਪੁਰਖ ਦੀ ਪ੍ਰਾਪਤੀ ਕਰਨੀ ਹੈ ਉਸ ਨੂੰ ਗੁਰੂ ਦੀ ਕਿਰਪਾ ਦਾ ਪਾਤਰ ਹੋਣਾ ਪਵੇਗਾ। ਸੱਚਾ ਗੁਰੂ ਮਿਲੇ ਤਾਂ ਅਕਾਲ ਪੁਰਖ ਵੀ ਮਿਲੇਗਾ। ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਨੇ ਨਾਮ ਦੀ ਗੱਲ ਨੂੰ ਦ੍ਰਿੜਾਇਆ ਹੈ। ਮਨੁੱਖ ਦਾ ਜੀਵਨ ਨਾਮ ਤੋਂ ਬਗੈਰ ਬਿਰਥਾ ਹੈ, ਬਗੈਰ ਅਰਥ ਦਾ ਹੈ, ਬੇਅਰਥ ਹੈ, ਵਿਅਰਥ ਹੈ। ਨਾਮ ਗੁਰੂ ਦੇਵੇਗਾ ਔਰ ਗੁਰੂ ਦੇ ਨਾਮ ਤੋਂ ਬਿਨਾਂ ਮਨੁੱਖ ਮਨਮੁਖ ਹੈ। ਮਨਮੁਖ ਮਨੁੱਖ ਉਹ ਹੈ ਜਿਹੜਾ ਮਾਇਆ ਦੇ ਮੋਹ ਦੇ ਵਿੱਚ ਨਿਤ ਫਸਿਆ ਹੋਇਆ ਹੈ। ਸਤਿਗੁਰਾਂ ਦੇ ਨਾਮ ਨੂੰ ਪਾਤਸ਼ਾਹ ਨੇ ਰਤਨ ਦੀ ਸੰਗਿਆ ਦਿੱਤੀ ਹੈ, ਰਤਨ ਦੇ ਨਾਲ ਤੋਲਿਆ ਹੈ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਮਨੁੱਖ ਅਸਲ ਦੇ ਵਿੱਚ ਦੁਨਿਆਵੀ ਜਿਹੜੀਆਂ ਕੀਮਤੀ ਵਸਤੂਆਂ ਨੇ ਉਹਨਾਂ ਦੀ ਭਾਸ਼ਾ ਬੜੀ ਜਲਦੀ ਸਮਝਦਾ ਹੈ, ਉਹਨਾਂ ਦੀ ਪਰਿਭਾਸ਼ਾ ਬੜੀ ਜਲਦੀ ਸਮਝਦਾ ਹੈ। ਸਤਿਗੁਰਾਂ ਨੇ ਨਾਮ ਨੂੰ ਰਤਨ ਦੇ ਬਰਾਬਰ ਤੋਲਿਆ ਹੈ ਔਰ ਕਈ ਜਗ੍ਹਾਵਾਂ ਉੱਪਰ ਪਾਤਸ਼ਾਹ ਨੇ ਕੀਰਤਨ ਨੂੰ ਵੀ ਹੀਰੇ ਦੇ ਬਰਾਬਰ ਦੱਸਿਆ। ਲੇਕਿਨ ਨਾਲ ਹੀ ਇੱਕ ਹੋਰ ਗਿਆਨ ਦੀ ਗੱਲ ਮਨੁੱਖ ਨੂੰ ਸਮਝਾ ਦਿੱਤੀ ਹੈ। ਕੀਰਤਨ ਨਿਰਮੂਲਕ ਹੀਰਾ ਤਾਂ ਹੈ ਲੇਕਿਨ ਦੁਨਿਆਵੀ ਹੀਰੇ ਦੀ ਕੀਮਤ ਹੈ ਕੋਈ ਨਾ ਕੋਈ। ਕਿੰਨਾ ਵੀ ਕੋਈ ਕੀਮਤੀ ਹੀਰਾ ਕਿਉਂ ਨਾ ਹੋਵੇ ਫਿਰ ਵੀ ਉਸ ਦੀ ਕੀਮਤ ਹੈ। ਲੇਕਿਨ ਉਸ ਅਕਾਲ ਪੁਰਖ ਦੇ ਨਾਮ ਦੀ ਕੋਈ ਕੀਮਤ ਨਹੀਂ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਕਿਸੇ ਵਿਟੋਂ ਰਹੇ ਲੋਕ ਵਿਲ ਲਾਏ। ਜਿਸ ਦੀ ਕੋਈ ਕੀਮਤ ਨਾ ਹੋਵੇ ਐਸਾ ਨਾਮ ਦਾ ਰਤਨ। ਤੋ ਰਤਨ ਨੂੰ ਆਪਾਂ ਵਡਮੁੱਲੀ ਵਸਤੂ ਵੀ ਕਹਿ ਸਕਦੇ ਹਾਂ, ਹੀਰਾ ਵੀ ਕਹਿ ਸਕਦੇ ਹਾਂ। ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ। ਆਪਾਂ ਆਸਾ ਰਾਗ ਦੇ ਵਿੱਚ ਸ਼ਾਮ ਦੀ ਬਾਣੀ ਵਕਤ ਇਹ ਪਾਠ ਕਰਦੇ ਹਾਂ। ਜਿਸ ਨੂੰ ਕਿਰਪਾ ਧਰੇ, ਖਿਮਾ ਕਰਨੀ, ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ। ਗੁਰਮੁਖ ਨੇ ਲੱਭ ਲਿਆ, ਮਨਮੁਖ ਨੇ ਗਵਾ ਦਿੱਤਾ ਹੈ। ਜਿਨ ਕੀਤਾ ਮਾਟੀ ਤੇ ਰਤਨ, ਨਾਮ ਦੇ ਨਾਲ ਮਨੁੱਖ ਮਿੱਟੀ ਤੋਂ ਰਤਨ ਹੋ ਸਕਦਾ ਹੈ। ਕਿਉਂਕਿ ਜਿਸ ਦੇ ਕੋਲ ਹੀਰਾ ਹੈ, ਰਤਨ ਹੈ, ਉਹ ਉਸ ਨੂੰ ਸੰਭਾਲ ਕੇ ਕਿਉਂ ਰੱਖਦਾ ਹੈ? ਕਿਉਂਕਿ ਉਸ ਨੂੰ ਉਸ ਰਤਨ ਦੀ, ਉਸ ਹੀਰੇ ਦੀ ਕੀਮਤ ਦਾ ਪਤਾ ਹੈ। ਤੋ ਸਤਿਗੁਰਾਂ ਨੇ ਉਸ
ਕੀਮਤੀ ਵਸਤੂ ਦਾ ਗਿਆਨ ਕਰਵਾਉਣ ਵਾਸਤੇ ਸਾਨੂੰ ਨਾਮ ਦੇ ਨਾਲ ਰਤਨ ਦੀ ਸੰਗਿਆ ਜੋੜ ਕੇ ਗੱਲ ਸਮਝਾਈਏ। ਭਾਵ ਨਾਮ ਬਹੁਤ ਕੀਮਤੀ ਹੈ, ਲੇਕਿਨ ਕਿਸ ਲਈ ਕੀਮਤੀ ਹੈ? ਜਿਹੜਾ ਇਸ ਦੀ ਕੀਮਤ ਨੂੰ ਸਮਝੇਗਾ। ਹੀਰਾ ਕਿਸ ਲਈ ਕੀਮਤੀ ਹੈ? ਜਿਸ ਨੂੰ ਹੀਰੇ ਦੀ ਪਹਿਚਾਣ ਹੈ। ਹੋ ਸਕਦਾ ਹੈ ਕਿ ਕਿਸੇ ਮਨੁੱਖ ਦੇ ਕੋਲ ਹੀਰਾ ਹੋਵੇ ਪਰ ਉਸ ਨੂੰ ਉਸ ਦੀ ਪਹਿਚਾਣ ਹੀ ਨਾ ਹੋਵੇ। ਜਿਵੇਂ ਇੱਕ ਵਿਅਕਤੀ ਸਾਗਰ ਦੇ ਕਿਨਾਰੇ ਬੈਠਾ ਸੀ, ਹੀਰਿਆਂ ਦਾ ਭਰਿਆ ਹੋਇਆ ਥੈਲਾ ਉਸਦੇ ਹੱਥ ਵਿੱਚ ਸੀ। ਇੱਕ ਇੱਕ ਕਰਕੇ ਹੀਰੇ ਨੂੰ ਪੱਥਰ ਸਮਝ ਕੇ ਪਾਣੀ ਵਿੱਚ ਸੁੱਟਦਾ ਗਿਆ। ਆਖਰੀ ਹੀਰਾ ਜਦੋਂ ਸੁੱਟਣ ਲੱਗਾ ਤਾਂ ਕਿਸੇ ਨੇ ਹੱਥ ਪਕੜ ਲਿਆ। ਮੂਰਖਾ, ਕੀ ਕਰ ਰਹੇ ਹੈ? ਇਹ ਤਾਂ ਬਹੁਤ ਕੀਮਤੀ ਹੈ। ਇੰਨਾ ਕੀਮਤੀ, ਔਰ ਇੰਨਾ ਕੀਮਤੀ, ਇੰਨਾ ਇਸ ਤਰ੍ਹਾਂ ਦੇ ਹੀ ਕੀਮਤੀ ਹੀਰਿਆਂ ਦੇ ਨਾਲ ਤਾਂ ਮੇਰੇ ਪਾਸ ਥੈਲਾ ਭਰਿਆ ਪਿਆ ਸੀ, ਪਰ ਮੈਂ ਸਾਰੇ ਅਜਾਈਂ ਸੁੱਟ ਦਿੱਤੇ, ਵਿਅਰਥ ਸੁੱਟ ਦਿੱਤੇ। ਉਹ ਸਾਧੂ ਉਸ ਨੂੰ ਕਹਿਣ ਲੱਗਾ, ਇੱਕ ਤਾਂ ਬਚ ਗਿਆ ਹੈ ਨਾ, ਹੁਣ ਤਾਂ ਸਮਝ ਗਿਆ ਨੇ ਕੀਮਤ। ਜਿਹੜਾ ਇੱਕ ਬਚ ਗਿਆ ਇਹੀ ਸੰਭਾਲ ਲੈ। ਬਿਲਕੁਲ ਠੀਕ ਇਸ ਤਰ੍ਹਾਂ ਹੀ ਸਤਿਗੁਰ ਨੇ ਜਿਹੜੀ ਸਾਨੂੰ ਗੱਲ ਸਮਝਾਈ ਹੈ ਮਨੁੱਖ ਨੂੰ, ਕਿ ਜੀਵਨ ਦੇ ਹਰ ਮੂਮੈਂਟ, ਹਰ ਛਣ, ਹਰ ਪਲ ਦੀ ਇੱਕ ਕੀਮਤ ਹੈ। ਮਨਮੁਖ ਆਪਣੀ ਜ਼ਿੰਦਗੀ ਨੂੰ ਵਿਅਰਥ ਗਵਾ ਰਿਹਾ, ਗੁਰਮੁਖ ਉਸ ਦਾ ਨਾਮ ਰੂਪ ਦੇ ਵਿੱਚ ਲਾਹਾ ਲੈ ਰਿਹਾ, ਲਾਭ ਲੈ ਰਿਹਾ। ਕਿਉਂਕਿ ਹੀਰਾ ਇੱਕ ਕੀਮਤੀ ਵਸਤੂ ਹੈ। ਜਿਸ ਦੇ ਕੋਲ ਹੀਰਾ ਹੈ ਉਸ ਨੂੰ ਪਤਾ ਹੈ ਕਿ ਉਹ ਕਿਸੇ ਵਕਤ ਵੀ ਉਸ ਦੀ ਕੀਮਤ ਨੂੰ ਵੱਟ ਸਕਦਾ ਹੈ। ਇਸ ਕਰਕੇ ਉਹਨੂੰ ਉਹ ਸੰਭਾਲ ਕੇ ਰੱਖ ਰਿਹਾ। ਥੈਲਾ ਭਰਿਆ ਹੀਰਿਆਂ ਦਾ ਔਰ ਸੁੱਟੀ ਜਾ ਰਿਹਾ ਹੈ ਕਿਉਂਕਿ ਕੀਮਤ ਨਹੀਂ ਪਤਾ। ਆਖਰੀ ਇੱਕ ਬਚ ਗਿਆ ਤਾਂ ਕੀਮਤ ਦਾ ਅਹਿਸਾਸ ਹੋਇਆ ਤਾਂ ਕਲੇਜਾ ਮੂੰਹ ਨੂੰ ਆਉਣ ਲੱਗਾ ਕਿ ਇੰਨਾ ਕੀਮਤੀ ਭਰਿਆ ਹੋਇਆ ਥੈਲਾ ਮੈਂ ਅਜਾਈਂ ਸੁੱਟ ਦਿੱਤਾ। ਪਰ ਇੱਕ ਹੌਸਲਾ ਹੈ, ਕੋਈ ਗੱਲ ਨਹੀਂ, ਜਿਹੜਾ ਇੱਕ ਬਚ ਗਿਆ ਉਹਨੂੰ ਹੀ ਸੰਭਾਲ ਲੈ। ਜੀਵਨ ਦਾ ਹਰ ਪਲ ਕੀਮਤੀ ਹੈ, ਔਰ ਮਨੁੱਖ ਅਗਰ ਹਰ ਪਲ ਨੂੰ ਅਜਾਈਂ ਗਵਾ ਵੀ ਚੁੱਕਾ ਹੈ ਤਾਂ ਵੀ ਸਤਿਗੁਰ ਇੱਕ ਹੌਸਲਾ ਦਿੰਦੇ ਨੇ, ਅਜਹੂ ਸਮਝ ਕਛੂ ਬਿਗੜਿਓ ਨਹੀਂ। ਅਜਹੂ ਸਮਝ, ਹਜੇ ਵੀ ਸਮਝ ਜਾ, ਕਛੂ ਬਿਗੜਿਓ ਨਹੀਂ, ਅਜੇ ਵੀ ਕੁਛ ਨਹੀਂ ਬਿਗੜਿਆ। ਕਿਉਂਕਿ ਏਕ ਘੜੀ ਆਦੀ ਘੜੀ, ਆਦੀ ਹੂੰ ਫੁਨ ਆਦ। ਇੱਕ ਅੱਧੀ ਘੜੀ ਜਿੰਨਾ ਵੀ ਸਮਾਂ, ਜਿੱਦਾਂ ਭਾਈ ਸਾਹਿਬ ਗੁਰਦਾਸ ਜੀ ਨੇ ਕਿਹਾ, ਜੈਸੇ 68 ਤੀਰਥ ਪਰਸ ਕੀਏ, ਜੁਗ ਚਾਰ ਚੜੇ ਕਹਿਲਾਤ ਰਿਓ। जैसे कोट बरख तब उर्दमुखी बै संतन में तन दाह दियो। जैसे लाख बेर कुरखेतर में असमेध जंग अभंग ठेयो। फुन अमृत नाम विशेष इतै जिन एक बार श्री वाहिगुरु क्यों। एक वारी मन करके वाहिगुरु दी पुकार ਮਨੁੱਖ ਨੂੰ ਉਸ ਦਾ ਧਿਆਨ ਵਾਹਿਗੁਰੂ ਵੱਲ ਲਗਾ ਦਿੰਦੀ ਹੈ। ਰਤਨ ਨਾਮ ਬਸਿਆ ਕਿੱਥੇ ਹੈ? ਹੀ ਅਰੇ ਹਿਰਦੇ ਦੇ ਅੰਦਰ, ਜਿੱਥੇ ਵਸਾਣਾ ਸੀ। ਕਿਉਂਕਿ ਜਿਹੜੀ ਕੀਮਤੀ ਚੀਜ਼ ਹੈ ਨਾ, ਉਸ ਨੂੰ ਮਨੁੱਖ ਹਮੇਸ਼ਾ ਹੀ ਸੰਭਾਲ ਕੇ ਰੱਖਦਾ ਹੈ। ਤੇ ਸੰਭਾਲ ਕੇ ਜਿਹੜਾ ਰੱਖਦਾ ਹੈ, ਉਸ ਸੰਭਾਲ ਕੇ ਰੱਖਣ ਵਾਲੀ ਚੀਜ਼ ਨੂੰ ਸੰਭਾਲਣ ਵਾਲੀ ਜਗ੍ਹਾ ਦਾ ਵੀ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਕਿਸ ਜਗ੍ਹਾ ਸੰਭਾਲਣੀ ਹੈ। ਜੇ ਥੋੜ੍ਹੀ ਕੀਮਤੀ ਚੀਜ਼ ਹੈ ਤਾਂ ਮਨੁੱਖ ਘਰ ਦੀ ਅਲਮਾਰੀ ਵਿੱਚ ਹੀ ਰੱਖ ਲੈਂਦਾ। ਜ਼ਿਆਦਾ ਕੀਮਤੀ ਹੈ ਤੇ ਅਲਮਾਰੀ ਨੂੰ ਫਿਰ ਤੌਲਾ ਲਾ ਦਿੰਦਾ, ਲੌਕ ਕਰ ਦਿੰਦਾ। ਹੋਰ ਜ਼ਿਆਦਾ ਕੀਮਤੀ ਚੀਜ਼ ਹੈ ਫਿਰ ਬੈਂਕ ਦੇ ਲੋਕਰ 'ਚ ਰੱਖ ਦਿੰਦਾ। ਯਾਨੀ ਕਿ ਜਿੰਨੀ ਜ਼ਿਆਦਾ ਕੀਮਤੀ ਹੈ ਉਨੀ ਜ਼ਿਆਦਾ ਉਹਦੀ ਸੰਭਾਲ। ਤੇ ਕਿਤੇ ਨਾਮ ਦੀ ਕੀਮਤ ਦਾ ਮਨੁੱਖ ਨੂੰ ਪਤਾ ਲੱਗ ਜਾਏ, ਲੇਕਿਨ ਸੰਭਾਲੇਗਾ ਉਹੀ ਜਿਸ ਨੂੰ ਕੀਮਤ ਦਾ ਪਤਾ ਹੈ, ਅਨਿਅਥਾ ਨਹੀਂ। ਜਿਵੇਂ ਬਾਬਾ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਖਿਆਲ ਦਿੱਤਾ ਹੈ। ਬਾਬਾ ਕਬੀਰ ਕਹਿੰਦੇ ਨੇ, ਕਬੀਰ ਏਕ ਅਚੰਭਾ ਦੇਖਿਓ, ਹੀਰਾ ਹਾਟ ਬਿਕਾਏ। ਹੁਣ ਹੀਰਾ ਕਦੀ ਉਸ ਹੱਟੀ ਉੱਪਰ ਨਹੀਂ ਵਿਕਦਾ ਜਿਸ ਹੱਟੀ ਉੱਪਰ ਆਟਾ, ਤੇਲ, ਲੂਣ, ਦਾਲ ਵਿਕ ਰਹੇ ਹੁੰਦੇ ਨੇ। ਪਰ ਬਾਬਾ ਕਬੀਰ ਕਹਿੰਦੇ ਨੇ ਕਿ ਐਸਾ ਹੋਇਆ, ਮੈਂ ਇੱਕ ਅਜੀਬ ਗੱਲ ਦੇਖੀ। ਮੈਂ ਉਸ ਹੀਰੇ ਨੂੰ ਹੱਟੀ ਉੱਪਰ ਵਿਕਦਾ ਦੇਖਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਅੰਕ 1372 ਹੈ। ਕਬੀਰਾ ਏਕ ਅਚੰਭੋ ਦੇਖਿਓ, ਹੀਰਾ ਹਾਟ ਬਿਕਾਏ।
ਬਾਬਾ ਕਬੀਰ, ਹੀਰਾ ਹੱਟੀ ਉੱਪਰ ਕਿਵੇਂ ਵਿਕ ਸਕਦਾ ਹੈ? ਜਿਸ ਆਪਨੇ ਕਦੀ ਦੇਖਿਆ ਜਿਸ ਜਗ੍ਹਾ ਉੱਪਰ ਆਪ ਆਟਾ ਲੈਣ ਜਾਂਦੇ ਹੋ, ਤੇਲ ਲੈਣ ਜਾਂਦੇ ਹੋ, ਲੂਣ ਲੈਣ ਜਾਂਦੇ ਹੋ, ਕੈਸ਼ ਐਂਡ ਕੈਰੀ ਉੱਪਰ ਕਦੀ ਉੱਥੇ ਹੀਰੇ ਵਿਕਦੇ ਆਪਨੇ ਦੇਖੇ ਨੇ? ਜ਼ਰੂਰ ਦੱਸਿਓ ਮੈਨੂੰ ਅਗਰ ਦੇਖੇ ਹੋਣਗੇ, ਕਿਉਂਕਿ ਕੈਸ਼ ਐਂਡ ਕੈਰੀ ਉੱਪਰ ਮੈਂ ਨਹੀਂ ਕਦੀ ਦੇਖਿਆ ਕਿ ਹੀਰਾ। ਬਾਬਾ ਕਬੀਰ ਕਹਿੰਦੇ ਨੇ ਮੈਂ ਦੇਖਿਆ। ਲੇਕਿਨ ਅਗਰ ਉਹ ਉਸ ਜਗ੍ਹਾ ਉੱਪਰ ਪਿਆ ਹੋਇਆ ਤਾਂ ਵਿਕੇਗਾ ਵੀ। ਹੁਣ ਜਿਸ ਜਗ੍ਹਾ ਉੱਪਰ ਆਟਾ, ਤੇਲ, ਲੂਣ, ਦਾਲ ਵਿਕ ਰਹੇ ਨੇ, ਉਸ ਜਗ੍ਹਾ ਉੱਪਰ ਇੰਨੀ ਕੀਮਤੀ ਵਸਤੂ ਨਹੀਂ ਵਿਕ ਰਹੀ ਜਿੰਨੀ ਕੀਮਤ ਹੀਰੇ ਦੀ ਹੈ। ਕਦੀ ਵੀ ਆਪ ਨੋਟ ਕਰਨਾ। ਜਿੰਨੀ ਮਰਜ਼ੀ ਆਟੇ ਦੀ ਕੀਮਤ ਹੋ ਜਾਏ, ਦਾਲ ਦੀ, ਸਬਜ਼ੀਆਂ ਦੀ, ਪਰ ਇੰਨੀ ਜ਼ਿਆਦਾ ਕੀਮਤ ਨਹੀਂ ਹੋ ਸਕਦੀ ਜਿੰਨੀ ਹੀਰੇ ਦੀ ਹੈ। ਜਦ ਕਿ ਕੈਸ਼ ਐਂਡ ਕੈਰੀ ਉੱਪਰ ਪਈਆਂ ਹੋਈਆਂ ਸਾਰੀਆਂ ਵਸਤੂਆਂ ਸਾਡੇ ਰੋਜ਼ ਦੀਆਂ ਇਸਤੇਮਾਲ ਕੀਤੇ ਜਾਣ ਵਾਲੀਆਂ ਵਸਤੂਆਂ, ਰੋਜ਼ ਇਸਤੇਮਾਲ ਨਹੀਂ ਕਰਾਂਗੇ ਤਾਂ ਆਪਾਂ ਜੀਵਿਤ ਨਹੀਂ ਰਹਿ ਸਕਾਂਗੇ ਉਹਨਾਂ ਤੋਂ ਬਗੈਰ। ਹੀਰਾ ਕਦੀ ਵੀ ਇਸਤੇਮਾਲ ਨਾ ਕਰੀਏ ਤਾਂ ਵੀ ਜੀਵਿਤ ਰਹਿ ਸਕਦੇ ਹਾਂ, ਲੇਕਿਨ ਕਿਉਂਕਿ ਉਸ ਦੀ ਕੀਮਤ ਦਾ ਪਤਾ ਹੈ, ਕੀਮਤ ਕਰਕੇ ਮਨੁੱਖ ਉਸ ਨੂੰ ਸੰਭਾਲ ਕੇ ਰੱਖ ਰਿਹਾ। ਹੋਇਆ ਕੀ? ਕਬੀਰਾ ਇੱਕ ਅਚੰਭੋ ਦੇਖਿਓ, ਹੀਰਾ ਹਾਟ ਵਿਕਾਏ। ਹੋਇਆ ਕੀ? ਇੱਕ ਖੋਤੇ ਚਾਰਨ ਵਾਲੇ ਕੁਮਹਾਰ ਨੂੰ ਇੱਕ ਹੀਰਾ ਮਿਲ ਗਿਆ। ਚਮਕਦਾ ਸੀ, ਪਰ ਉਸ ਨੂੰ ਪਹਿਚਾਣ ਨਹੀਂ ਸੀ ਕਿ ਹੀਰਾ ਹੈ। ਉਸ ਨੇ ਉਸ ਨੂੰ ਖੋਤੇ ਦੇ ਗਲੇ ਵਿੱਚ ਪਾ ਦਿੱਤਾ, ਕਿਉਂਕਿ ਪਹਿਚਾਣ ਨਹੀਂ ਸੀ। ਇੱਕ ਦਿਨ ਉਸ ਕੁਮਹਾਰ ਨੂੰ ਸਾਗਰ ਪਾਰ ਜਾਣ ਦੀ ਲੋੜ ਪਈ। ਉਹਨਾਂ ਦਿਨਾਂ ਵਿੱਚ ਕਸ਼ਤੀਆਂ ਚੱਲਿਆ ਕਰਦੀਆਂ ਸਨ ਟਰਾਂਸਪੋਰਟੇਸ਼ਨ ਦੇ ਵਾਸਤੇ। ਪੈਸੇ ਉਸਦੇ ਕੋਲ ਹੈ ਨਹੀਂ ਸਨ। ਉਸਨੇ ਮੱਲਾਹ ਨੂੰ ਕਿਹਾ ਕਿ ਮੈਂ ਜਾਣਾ ਜ਼ਰੂਰ ਹੈ ਸਾਗਰ ਪਾਰ, ਵਾਪਸ ਵੀ ਆਉਣਾ ਹੈ, ਮੈਨੂੰ ਰਿਟਰਨ ਟਿਕਟ ਵੀ ਚਾਹੀਦੀ ਹੈ, ਪਰ ਮੇਰੇ ਪਾਸ ਪੈਸੇ ਹੈ ਨਹੀਂ। ਆ ਇੱਕ ਚੀਜ਼ ਹੈ ਮੇਰੇ ਪਾਸ, ਬੜੀ ਚਮਕਦੀ ਹੈ, ਜੇ ਤੂੰ ਲੈ ਲਵੇਂ ਤਾਂ ਮੈਨੂੰ ਪਾਰ ਕਰਵਾ ਦੇਵੇਂ, ਬੜੀ ਮਿਹਰਬਾਨੀ। ਮੱਲਾਹ ਨੇ ਸੋਚਿਆ ਕਿ ਬਾਕੀ ਦੀਆਂ ਸਵਾਰੀਆਂ ਵਿਚਾਰੀਆਂ ਨੇ, ਇਹਨੂੰ ਫਰੀ ਚਲੋ ਲੈ ਜਾਂਦੇ ਹਾਂ। ਆ ਚਮਕਦੀ ਜੀ ਚੀਜ਼ ਹੈ, ਰਾਤੀ ਜੋ ਮੈਂ ਲਾਲਟਨ ਇਸਤੇਮਾਲ ਕਰਦਾ ਉਹਦੀ ਜਗ੍ਹਾ ਉੱਪਰ ਡਾਂਗ ਉੱਪਰ ਜਿਹੜੀ ਕਿਸ਼ਤੀ ਉੱਪਰ ਲੰਬਾ ਜਿਹਾ ਲੱਗਿਆ ਹੁੰਦਾ ਸੋਟਾ, ਉਹਦੇ ਉੱਪਰ ਟੰਗ ਦਿਆਂਗਾ। ਉਹਨੇ ਐਸਾ ਹੀ ਕੀਤਾ। ਕੀਮਤ ਦਾ ਉਸ ਨੂੰ ਵੀ ਨਹੀਂ ਸੀ ਪਤਾ, ਕਿਉਂਕਿ ਹੀਰੇ ਦੀ ਹੀ ਪਹਿਚਾਣ ਨਹੀਂ ਸੀ ਤਾਂ ਕੀਮਤ ਦੀ ਪਹਿਚਾਣ ਕਿੱਥੋਂ ਹੋਵੇਗੀ? ਆ ਜਿਹੜਾ ਮਨੁੱਖ ਆਪਣਾ ਜੀਵਨ ਅਜਾਈਂ ਗਵਾ ਰਿਹਾ, ਕਿਉਂਕਿ ਮਨੁੱਖ ਨੂੰ ਜੀਵਨ ਦੀ ਪਹਿਚਾਣ ਨਹੀਂ ਹੈ। ਜਿਸ ਦਿਨ ਪਹਿਚਾਣ ਹੋ ਜਾਏਗੀ ਉਸ ਦਿਨ ਅਣਜਾਣਪੁਣਾ ਵੀ ਖਤਮ ਹੋ ਜਾਏਗਾ। ਨਾ ਪਹਿਚਾਣਨ ਦਾ ਮਤਲਬ ਹੀ ਅਣਜਾਣਪੁਣਾ ਹੈ, ਕਿਉਂਕਿ ਅਣਜਾਣਪੁਣੇ ਦੇ ਵਿੱਚ, ਅੱਲੜਪੁਣੇ ਦੇ ਵਿੱਚ ਹੀ ਮਨੁੱਖ ਜੀਵਨ ਨੂੰ ਵਿਅਰਥ ਗਵਾਉਂਦਾ ਹੈ। ਲੇਕਿਨ ਇੱਕ ਐਸਾ ਵੀ ਬੇਪਰਵਾਹੀ ਦਾ ਮੰਜ਼ਰ ਹੁੰਦਾ ਹੈ ਜਿਸ ਦੇ ਵਿੱਚ ਮਨੁੱਖ ਨੂੰ ਕੀਮਤ ਤਾਂ ਪਤਾ ਹੁੰਦੀ ਹੈ, ਲੇਕਿਨ ਉਸ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੇ ਨਾਲ ਉਹ ਉਸ ਦਾ ਮੁੱਲ ਵੱਟ ਲੈਂਦਾ ਹੈ ਔਰ ਉਹ ਗਿਆਨੀ ਹੋ ਜਾਂਦਾ ਹੈ। ਮੱਲਾਹ ਨੇ ਉਹ ਹੀਰਾ ਲੈ ਲਿਆ ਔਰ ਲਾਲਟਨ ਦੀ ਜਗ੍ਹਾ ਉਹ ਲਟਕਾ ਦਿੱਤਾ। ਇੱਕ ਦਿਨ ਮੱਲਾਹ ਦੀ ਜਨਾਨੀ ਉਸ ਨੂੰ, ਵਾਈਫ ਪਤਨੀ ਉਸ ਨੂੰ ਕਹਿਣ ਲੱਗੀ ਕਿ ਘਰ ਦੇ ਵਿੱਚ ਮਹਿਮਾਨ ਆਏ ਨੇ, ਆਟਾ, ਤੇਲ, ਲੂਣ ਚਾਹੀਦਾ ਹੈ, ਸਮਾਨ ਬਣਾਉਣਾ, ਰਾਸ਼ਨ ਚਾਹੀਦਾ ਹੈ, ਇਹਨਾਂ ਨੂੰ ਮਹਿਮਾਨਾਂ ਨੂੰ ਖਵਾਵਾਂਗੇ ਕਿ। ਮੱਲਾਹ ਦੇ ਕੋਲ ਉਸ ਦਿਨ ਪੈਸੇ ਹੈ ਨਹੀਂ ਸਨ। ਉਹ ਕਰਿਆਨੇ ਦੀ ਹੱਟੀ 'ਤੇ ਚਲਿਆ ਗਿਆ ਔਰ ਕਹਿਣ ਲੱਗਾ ਕਿ ਮੈਨੂੰ ਆ ਥੋੜ੍ਹਾ ਜਿਹਾ ਸਮਾਨ ਦੇ ਦੇ, ਬੜੀ ਤੇਰੀ ਮਿਹਰਬਾਨੀ ਹੋਵੇਗੀ। ਮੇਰੇ ਪਾਸ ਪੈਸੇ ਅੱਜ ਨਹੀਂ ਹੈ, ਪੈਸੇ ਵੀ ਮੋੜ ਜਾਵਾਂਗਾ, ਪਰ ਅੱਜ ਦੇ ਲਈ ਇੱਕ ਮੇਰੇ ਪਾਸ ਇਹ ਵਸਤੂ ਹੈ, ਚਮਕਦੀ ਬਹੁਤ ਹੈ, ਇਹ ਪੱਥਰ ਜਿਹਾ ਮੇਰੇ ਪਾਸ ਹੈ, ਚਮਕਦਾ ਬਹੁਤ ਹੈ, ਇਹ ਲੈ ਲੈ। ਦੁਕਾਨਦਾਰ ਨੇ ਸੋਚਿਆ ਚਲੋ ਹੋਰ ਨਹੀਂ ਕੁਝ ਤਾਂ ਡੈਕੋਰੇਸ਼ਨ ਦਾ ਪੀਸ ਹੀ ਸਹੀ। ਉਸਨੇ ਲੈ ਲਿਆ ਔਰ ਦੁਕਾਨ ਦੇ ਉੱਤੇ ਰੱਖ ਦਿੱਤਾ। ਕੀਮਤ ਦਾ ਉਸ ਨੂੰ ਵੀ ਨਹੀਂ ਪਤਾ, ਪਹਿਚਾਣ ਉਸ ਨੂੰ ਵੀ ਨਹੀਂ ਹੈ। ਤਾਂ ਉਹਨਾਂ ਦਿਨਾਂ ਵਿੱਚ ਕੋਡੀਆਂ ਦੀ ਕਰੰਸੀ ਚੱਲਿਆ ਕਰਦੀ ਸੀ। ਤਾਂ ਦੁਕਾਨ ਦੇ ਉੱਤੇ ਇੱਕ ਬੱਚੀ ਆਈ, ਉਹ ਕਹਿਣ ਲੱਗੀ ਮੈਨੂੰ ਆ ਗੀਟਾ ਦੇ ਦੇ, ਕਿਉਂਕਿ ਮੈਂ ਗੀਟਿਆਂ ਦੇ ਨਾਲ ਖੇਡਣਾ, ਮੇਰੇ ਪਾਸ 2-3 ਕੌਡੀਆਂ ਹੈ, ਇਹ ਲੈ ਲੈ। ਦੁਕਾਨਦਾਰ ਨੇ ਸੋਚਿਆ ਜੋ ਵੱਟਿਆ ਸੋ ਖੱਟਿਆ, ਕੋਈ ਗੱਲ ਨਹੀਂ, ਪੱਥਰ ਹੀ ਹੈ, ਕੁਝ ਤਾਂ ਮਿਲ ਰਿਹਾ, ਕੌਡੀਆਂ 2 ਹੀ ਮਿਲ ਰਹੀਆਂ, ਭਾਵੇਂ ਕੁਝ ਤਾਂ ਮਿਲ ਰਿਹਾ। ਬਾਬਾ ਕਬੀਰ ਉਸ ਨੂੰ ਕਹਿੰਦੇ ਨੇ, ਕਬੀਰਾ ਇੱਕ ਅਚੰਭੋ ਦੇਖਿਓ, ਹੀਰਾ ਹਾਟ ਵਿਕਾਏ। ਮੈਂ ਇੱਕ ਅਜੀਬ ਗੱਲ ਦੇਖੀ, ਮੈਂ ਹੀਰਾ ਹੱਟੀ ਉੱਪਰ ਵਿਕਦਾ ਦੇਖਿਆ। ਲੇਕਿਨ ਵਿਕਿਆ ਕਿਵੇਂ?
ਕੌਡੀਆਂ ਦੇ ਭਾਵ ਹੀਰਾ ਵਿਕਿਆ ਕਿਵੇਂ ਹੈ? ਕਿਉਂਕਿ ਪਹਿਚਾਣ ਨਹੀਂ ਸੀ। ਤੇ ਬਾਬਾ ਕਬੀਰ ਉਸ ਦਾ ਫੈਸਲਾ ਦਿੰਦੇ ਨੇ ਅਗਲੀ ਮੁਬਾਰਕ ਪੰਕਤੀ ਦੇ ਵਿੱਚ ਕਿ ਬਨਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਕੌਡੀ ਬਦਲੇ ਕਿਉਂ ਚਲਾ ਗਿਆ? ਬਨਜਨ ਹਾਰੇ ਬਾਹਰਾ, ਕਿਉਂਕਿ ਉਸ ਦੀ ਕੀਮਤ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ, ਨਾ ਉਸ ਕੁਮਹਾਰ ਨੂੰ, ਨਾ ਉਸ ਮਲਾਹ ਨੂੰ, ਨਾ ਉਸ ਦੁਕਾਨਦਾਰ ਨੂੰ। ਅਗਰ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਵੀ ਕੀਮਤ ਦਾ ਪਤਾ ਹੁੰਦਾ ਤਾਂ ਉਹਨਾਂ ਤਿੰਨਾਂ ਨੇ ਸੰਭਾਲ ਕੇ ਰੱਖਣਾ ਸੀ। ਮਨਮੁਖ ਨੂੰ ਜੀਵਨ ਦੀ ਕੀਮਤ ਦਾ ਨਹੀਂ ਪਤਾ, ਗੁਰਮੁਖ ਨੂੰ ਜੀਵਨ ਦੀ ਕੀਮਤ ਦਾ ਅੰਦਾਜ਼ਾ ਹੈ। ਇਸ ਕਰਕੇ ਗੁਰਮੁਖ ਆਪਣੀ ਜੀਵਨ ਦਾ ਮੁੱਲ ਵੱਟਦਾ ਹੈ ਵਾਹਿਗੁਰੂ ਦੇ ਨਾਮ ਦੇ ਨਾਲ। ਗੁਰਮੁਖ ਲਾਹਾ ਲੈ ਗਏ। ਸਤਿਗੁਰ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਘੋੜੀ ਉੱਪਰ ਸਵਾਰ ਜਾ ਰਹੇ ਸਨ। ਬਾਰਿਸ਼ ਹੋ ਕੇ ਹਟੀ ਸੀ, ਬਾਰਿਸ਼ ਲਗਾਤਾਰ ਹੁੰਦੀ ਜਾ ਰਹੀ ਸੀ। ਸੰਗਤਾਂ ਵੀ ਨਾਲ ਸਨ। ਉਸ ਵਕਤ ਇੱਕ ਕੰਧ, ਇੱਕ ਦੀਵਾਰ ਡਿੱਗਣ ਲੱਗੀ। ਸਤਿਗੁਰਾਂ ਨੇ ਘੋੜੀ ਥੋੜ੍ਹੀ ਜਿਹੀ ਤੇਜ਼ ਕੀਤੀ, ਜਿਸ ਤਰ੍ਹਾਂ ਹੀ ਘੋੜੀ ਲੰਘੀ ਦੀਵਾਰ ਡਿੱਗ ਪਈ। ਗੁਰਸਿੱਖਾਂ ਨੇ ਸਵਾਲ ਕੀਤਾ ਕਿ ਸਤਿਗੁਰੂ ਜ਼ਿੰਦਗੀ ਇੰਨੀ ਕੀਮਤੀ? ਪਾਤਸ਼ਾਹ ਕਹਿਣ ਲੱਗੇ, ਹਾਂ, ਬਹੁਤ ਕੀਮਤੀ। ਅਜਾਈ ਨਹੀਂ ਗਵਾਣੀ। ਇੱਥੇ ਘੋੜੀ ਦੌੜਾਉਣ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਜ਼ਿੰਦਗੀ ਦੇ ਨਾਲ ਪਿਆਰ ਕਰਦਾ ਤਾਂ ਦੌੜਾ ਲਈ ਸੀ। ਇੱਥੇ ਅਣਜਾਈ ਨਾ ਗਵਾਉਣ ਦੀ ਗੱਲ ਸੀ। ਜੇ ਜ਼ਿੰਦਗੀ ਨਾਲ ਪਿਆਰ ਹੁੰਦਾ ਤਾਂ ਕਦੀ ਵੀ ਸ਼ਹਾਦਤਾਂ ਨਾ ਹੁੰਦੀਆਂ। ਜਿਸ ਵਕਤ ਸ਼ਹਾਦਤਾਂ ਹੋਈਆਂ ਉਸ ਵਕਤ ਖਿਮਾ ਕਰਨੀ ਇੱਕ ਕਿਸਮ ਦਾ ਮੁੱਲ ਹੀ ਮਿਲਿਆ, ਕੀਮਤ ਹੀ ਮਿਲੀ ਹੈ ਕਿ ਸ਼ਹਾਦਤ ਹੋਈ ਹੈ ਤਾਂ ਹਿੰਦੁਸਤਾਨ ਪੂਰਾ ਦਾ ਪੂਰਾ ਬਚ ਗਿਆ। ਕਿ ਇਹ ਮੁੱਲ ਨਹੀਂ, ਕੀਮਤ ਨਹੀਂ? ਜੇ ਸ਼ਹਾਦਤਾਂ ਨਾ ਹੁੰਦੀਆਂ ਤਾਂ ਹਿੰਦੁਸਤਾਨ ਹੀ ਨਾ ਹੁੰਦਾ। ਇੱਕ ਦੇਸ਼ ਬਚ ਗਿਆ, ਦੇਸ਼ ਦੇ ਲੋਕ ਬਚ ਗਏ, ਉਹਨਾਂ ਦਾ ਧਰਮ ਬਚ ਗਿਆ, ਉਹਨਾਂ ਦਾ ਸੱਭਿਆਚਾਰ ਬਚ ਗਿਆ। ਸਤਿਗੁਰ ਕਹਿੰਦੇ ਅਜਾਈ ਨਹੀਂ ਗਵਾਣਾ। ਔਰ ਅਜਾਈ ਨਹੀਂ ਗਵਾਣਾ ਤੇ ਕੋਈ ਜਾਣ ਕੇ ਵੀ ਗਵਾਉਂਦਾ ਹੈ ਜੀਵਨ ਨੂੰ। ਅਸਲ ਦੇ ਵਿੱਚ ਮਨਮੁਖ ਵੀ ਅਜਾਈ ਹੀ ਗਵਾ ਰਿਹਾ, ਲੇਕਿਨ ਮਨਮੁਖ ਅਜਾਈ ਨਾ ਸਮਝੀ ਵਿੱਚ ਗਵਾ ਰਿਹਾ, ਗੁਰਮੁਖ ਨੂੰ ਸਮਝ ਹੈ। ਇਸ ਕਰਕੇ ਗੁਰਮੁਖ ਅਜਾਈ ਨਹੀਂ ਗਵਾਵੇਗਾ, ਮਨਮੁਖ ਅਜਾਈ ਗਵਾ ਦੇਵੇਗਾ। ਤੋ ਸਤਿਗੁਰ ਕਹਿੰਦੇ ਨੇ ਕਿ ਜਿਸ ਵਕਤ ਗੁਰੂ ਨੇ ਮੇਰੇ ਮੱਥੇ ਤੇ ਹੱਥ ਰੱਖਿਆ ਨਾ, ਤਾਂ ਮੇਰੇ ਮਨ ਦੇ ਅੰਦਰ ਇੱਕ ਰੌਸ਼ਨੀ ਜਗੀ ਵਾਹਿਗੁਰੂ ਦੇ ਨਾਮ ਦੀ। ਕਿਉਂਕਿ ਰਤਨ ਹੀਰਾ ਚਮਕਦਾ ਹੈ। ਮੇਰੇ ਹੀਰੇ ਰਤਨ ਨਾਮ ਹਰ ਵਸਿਆ। ਕਦੋਂ ਵਸਿਆ? ਜਦੋਂ ਗੁਰ ਹਾਥ ਧਰਿਓ ਮੇਰੇ ਮਾਤਾ। ਕਿਉਂਕਿ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੀ ਗੱਲ ਆਪਾਂ ਸਮਝਣੀ ਹੈ। ਕਿਰਪਾ ਦਾ ਪਾਤਰ ਜਿੰਨੀ ਦੇਰ ਤੱਕ ਗੁਰੂ ਮੱਥੇ ਉੱਪਰ ਹੱਥ ਨਹੀਂ ਰੱਖੇਗਾ ਤਾਂ ਗੁਰੂ ਦੇ ਮੱਥੇ ਦੇ ਹੱਥ ਰੱਖਣ ਦਾ ਮਤਲਬ ਕੀ ਹੈ? ਮੱਥੇ ਦੇ ਉੱਤੇ, ਸਿਰ ਦੇ ਉੱਤੇ ਹੱਥ ਰੱਖਿਆ ਜਾਂਦਾ ਅਸੀਸ ਦੇਣ ਦੇ ਲਈ ਕਿਸੇ ਨੂੰ। ਜਦੋਂ ਮੱਥੇ ਤੇ ਸਿਰ ਤੇ ਹੱਥ ਰੱਖਿਆ ਜਾਂਦਾ ਤਾਂ ਨਾਲ ਹੀ ਅਸੀਸ ਨਿਕਲਦੀ ਹੈ। ਔਰ ਉਹ ਅਸੀਸ ਮਨੁੱਖ ਦੇ ਲਈ ਸਬਬ ਬਣ ਜਾਂਦੀ ਹੈ, ਕਾਰਨ ਬਣ ਜਾਂਦੀ ਹੈ ਉਸ ਦੀ ਸਮਝ ਦਾ ਕਿ ਅਸੀਸ ਕਿਉਂ ਨਿਕਲੀ ਹੈ। ਗੁਰੂ ਨੇ ਹੱਥ ਰੱਖਿਆ ਹੈ ਕਿਉਂਕਿ ਗੁਰੂ ਨੇ ਨਾਮ ਦੇਣਾ ਹੈ। ਇਸ ਕਰਕੇ ਨਾਮ ਦੀ ਅਸੀਸ ਗੁਰੂ ਨੇ ਦਿੱਤੀ ਹੈ। ਗੁਰੂ ਪਾਸੋਂ ਹੀ ਅਸੀਂ ਨਾਮ ਦੀ ਅਸੀਸ ਲੈਣੀ ਹੈ। ਮੱਥੇ ਦੇ ਉੱਤੇ ਹੱਥ ਰੱਖਣ ਦਾ ਮਤਲਬ। ਔਰ ਜਿਸ ਵਕਤ ਗੁਰੂ ਨੇ ਮੱਥੇ ਦੇ ਉੱਤੇ ਹੱਥ ਰੱਖਿਆ ਤਾਂ ਫਿਰ ਸਮਝ ਕਿਸ ਗੱਲ ਦੀ ਲੱਗੀ? ਹੋਇਆ ਕੀ? ਜਨਮ ਜਨਮ ਕੇ ਕਿਲਬਿਖ ਦੁੱਖ ਉਤਰੇ। ਕਿਲਬਿਖ ਦੁੱਖਾਂ ਦਾ ਕਾਰਨ ਹੈ। ਮਨੁੱਖ ਦੁੱਖ ਭੋਗ ਹੀ ਇਸ ਕਰਕੇ ਰਿਹਾ ਕਿਉਂਕਿ ਉਸਦੇ ਕੋਲ ਸਿਰਫ ਗੁਨਾਹ ਨੇ। ਔਰ ਗੁਨਾਹ ਕਰਨ ਵਾਲਾ, ਪਾਪ ਕਰਨ ਵਾਲਾ ਮਨੁੱਖ ਭਾਵੇਂ ਆਪਣੇ ਆਪ ਨੂੰ ਆਖ ਲਵੇ ਕਿ ਮੈਂ ਜ਼ੁਬਾਨ ਕਰਕੇ ਤੇ ਇੰਨਾ ਸਿਮਰਿਆ, ਇੰਨੀਆਂ ਬਾਣੀਆਂ ਪੜ੍ਹ ਲਈਆਂ, ਲੇਕਿਨ ਪੜ੍ਹਨ ਦਾ ਸਬਬ ਕੀ ਹੋਇਆ? ਜੇ ਜਿਹੜੀ ਗੱਲ ਕਹੀ ਗਈ ਸੀ, ਜਿਹੜੀ ਗੱਲ ਪੜ੍ਹੀ ਸੀ, ਉਸ ਉੱਪਰ ਅਮਲ ਤਾਂ ਹੋਇਆ ਨਹੀਂ। ਆਪਣੇ ਆਪ ਨੂੰ ਮੋੜ ਤਾਂ ਸਕਿਆ ਨਹੀਂ ਮਨੁੱਖ ਵਿਕਾਰਾਂ ਤੋਂ, ਭ੍ਰਿਸ਼ਟਾਚਾਰੀ ਤੋਂ। ਤੋ ਜਨਮ ਜਨਮ ਦੇ ਕਿਲਵਿਖ ਹੀ ਸਨ ਜੋ ਮਨੁੱਖ ਇਸ ਜਨਮ ਦੇ ਵਿੱਚ ਵੀ ਦੁੱਖ ਭੋਗ ਰਿਹਾ ਔਰ ਦੁੱਖ ਪਾਪਾਂ ਦਾ ਭੋਗ ਰਿਹਾ, ਕਿਲਵਿਖਾਂ ਦਾ ਭੋਗ ਰਿਹਾ। ਲੇਕਿਨ ਸਤਿਗੁਰ ਕਹਿੰਦੇ ਨੇ ਉਤਰ ਗਏ ਇਹ ਜਦੋਂ ਨਾਮ ਦਿੱਤਾ ਮੇਰੇ ਪਾਤਸ਼ਾਹ ਨੇ
और ऋण लाथा, जन्म जन्म के किलबिक दुख उतरे गुरनाम दियो ऋण लाथा। ਇਹ ऋण ਕਿਹੜਾ ਹੈ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਲੋਨ ਕਹਿੰਦੇ ਹਾਂ? ਉਧਾਰ। ਇਹ ऋण ਲੱਥ ਜਾਏਗਾ, ਉਧਾਰ ਲੱਥ ਜਾਏਗਾ। ਅਸਲ ਦੇ ਵਿੱਚ ਮਨੁੱਖ ਆਪਣੇ ਉੱਪਰ ਵਿਕਾਰਾਂ ਦਾ ਭਾਰ, ਵਿਕਾਰਾਂ ਦਾ ਕਰਜ਼ਾ ਹੀ ਚੜਾ ਰਿਹਾ, ਕਿਉਂਕਿ ऋण ਇੱਕ ਕਰਜ਼ਾ ਹੈ। ਮਨੁੱਖ ਆਪਣੇ ਉੱਪਰ ਕਰਜ਼ੇ ਤੇ ਕਰਜ਼ਾ ਚੜਾ ਰਿਹਾ ਹੈ ਔਰ ਉਸ ਦੀ ਕੀਮਤ ਦੇਣੀ ਪੈਂਦੀ ਹੈ ਉਸ ਨੂੰ ਜੋਨੀਆਂ ਦੇ ਵਿੱਚ ਭਟਕਣ ਤੋਂ ਬਾਅਦ ਭੁਗਤਣਾ ਪੈਂਦਾ। ਤਾਂ ਗੁਰੂ ਇਹ ਸਾਰਾ ਕਰਜ਼ਾ ਉਤਰਵਾ ਦੇਵੇਗਾ ਨਾਮ ਦੇ ਕੇ, ਪਰ ਨਾਮ ਲੈਣ ਦੇ ਲਈ ਗੁਰੂ ਕੋਲ ਜਾਣਾ ਪਵੇਗਾ। ਫਿਰ ਪਾਤਸ਼ਾਹ ਨੇ ਆਪਣੇ ਮਨ ਨੂੰ ਸੰਬੋਧਨ ਕਰਕੇ ਗੱਲ ਕਹੀ ਹੈ, ਕਿਉਂਕਿ ਉਹੀ ਰਹਾਉ ਦੀ ਮੁਬਾਰਕ ਪੰਕਤੀ ਹੈ। ਰਹਾਉ ਹੀ ਕੇਂਦਰੀ ਭਾਵ ਹੈ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਵਾਹਿਗੁਰੂ ਦੇ ਨਾਮ ਨੂੰ, ਅਕਾਲ ਪੁਰਖ ਦੇ ਨਾਮ ਨੂੰ ਸਤਿਗੁਰਾਂ ਨੇ ਅਰਥ ਦੇ ਨਾਲ ਤੋਰਿਆ ਹੈ। ਅਰਥ ਦਾ ਮਤਲਬ ਹੈ ਪਦਾਰਥ, ਜ਼ਿੰਦਗੀ ਦਾ ਉਹ ਪਦਾਰਥ ਜਿਸ ਦਾ ਕੋਈ ਅਰਥ ਹੋਵੇ। ਮਨੁੱਖ ਬੜੀਆਂ ਸੌਦੇਬਾਜ਼ੀਆਂ ਕਰਦਾ ਹੈ, ਬੜੇ ਵਪਾਰ ਕਰਦਾ ਹੈ, ਵਣਜਣ ਹਾਰੇ ਬਾਰਾ, ਬੜੇ ਵਣਜ ਕਰਦਾ ਹੈ। ਸਤਿਗੁਰ ਨੇ ਵੀ ਕਿਹਾ ਵਣਜ ਕਰੋ, ਵਣਜ ਹਾਰਿਓ, ਮੈਂ ਵਣਜਾਰਨ ਰਾਮ ਕੀ। ਲੇਕਿਨ ਵਪਾਰ ਮੈਂ ਕਾਹਦਾ ਕੀਤਾ? ਤੇਰਾ ਨਾਮ ਵਖਰ ਵਪਾਰ ਜੀਓ। ਵਖਰ ਕੀ ਹੈ? ਮਨੁੱਖ ਵਪਾਰ ਕਰਨ ਤੋਂ ਪਹਿਲਾਂ ਸੋਚਦਾ ਕਿ ਕਿਸ ਚੀਜ਼ ਦਾ ਵਪਾਰ ਕਰਾਂ। ਕੋਈ ਸੋਚਦਾ ਦਵਾਈਆਂ ਦਾ ਵਪਾਰ ਕਰਾਂ, ਕੋਈ ਸੋਚਦਾ ਕੱਪੜਿਆਂ ਦਾ ਵਪਾਰ ਕਰਾਂ, ਕੋਈ ਸੋਚਦਾ ਕਰਿਆਨੇ ਦੀ ਹੱਟੀ ਖੋਲ੍ਹ ਲਵਾਂ, ਕੋਈ ਸੋਚਦਾ ਭਾਂਡਿਆਂ ਦਾ ਵਪਾਰ ਕਰਾਂ। ਵਪਾਰੀ ਅਲੱਗ ਅਲੱਗ ਕਿਸਮ ਦੇ ਵਪਾਰ ਕਰਦੇ ਨੇ। ਵਖਰ ਜਿਸ ਕਿਸਮ ਦੀ ਉਹ ਸੋਚ ਰੱਖਦਾ ਹੈ, ਉਸ ਕਿਸਮ ਦਾ ਉਹ ਵਪਾਰ ਕਰਦਾ ਹੈ, ਜਿੱਥੇ ਉਹ ਸਮਝਦਾ ਮੈਨੂੰ ਇਸ ਕੰਮ ਦੇ ਕੀਤਿਆਂ ਜ਼ਿਆਦਾ ਪ੍ਰੋਫਿਟ ਮਿਲ ਸਕਦਾ ਹੈ। ਆਤਮਿਕ ਪੱਖੋਂ ਨਾਮ ਦਾ ਜਿਸ ਨੇ ਵਖਰ ਚੁਣ ਲਿਆ, ਨਾਮ ਦਾ ਵਪਾਰ ਜਿਸ ਨੇ ਕੀਤਾ ਹੈ। ਬਾਬਾ ਕਬੀਰ ਕਹਿੰਦੇ ਨੇ ਕਿ ਕਿਣਹੀ ਬਣ ਜਿਓ ਚਾਂਦੀ ਤਾਂਬਾ, ਕਿਣਹੀ ਲੋਂਗ ਸਪਾਰੀ, ਸੰਤੋ ਬਣ ਜਿਓ ਨਾਮ ਗੋਬਿੰਦ ਕਾ। ਸੰਤਾਂ ਨੇ ਕੀ ਵਣਜਿਆ? ਮੈਂ ਵਣਜਾਰਨ ਰਾਮ ਕੀ, ਤੇਰਾ ਨਾਮ ਵਖਰ ਵਪਾਰ ਜੀਓ। ਕਿਉਂਕਿ ਅਰਥ ਹੈ ਉਸ ਦੇ ਵਿੱਚ, ਉਸ ਪਦਾਰਥ ਦੇ ਵਿੱਚ, ਜਿਹੜਾ ਪਦਾਰਥ ਆਤਮਕ ਪੱਖੋਂ ਮਨੁੱਖ ਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਾਵੇ। ਦੁਨੀਆ ਵਿੱਚ ਅਨੇਕਾਂ ਹੀ ਵਸਤੂਆਂ ਨੇ। ਆਪ ਕਰਿਆਨੇ ਦੀ ਹੱਟੀ ਤੇ ਜਾਂਦੇ ਹੋ, ਕਿਵੇਂ ਕਰਨੀ? ਜਦੋਂ ਕਾਊਂਟਰ ਤੇ ਪੇਮੈਂਟ ਕਰਨ ਜਾਂਦੇ ਹੋ, ਸਾਹਮਣੇ ਪਿੱਛੇ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਹੋਈਆਂ ਨੇ, ਪਿੱਛੇ ਸਿਗਰਟਾਂ ਦੇ ਡੱਬੇ ਵੀ ਪਏ ਹੋਏ ਨੇ, ਪਰ ਕੀ ਆਪ ਉਹ ਖਰੀਦਦੇ ਹੋ? ਮੈਂ ਗੁਰਮੁਖਾਂ ਦੀ ਗੱਲ ਕਰ ਰਹੀ ਹਾਂ। ਗੁਰਮੁਖ ਉਸ ਨੂੰ ਨਹੀਂ ਖਰੀਦਦੇ, ਪਰ ਪਈਆਂ ਤਾਂ ਹੋਈਆਂ ਨੇ, ਉਸੇ ਜਗ੍ਹਾ ਉੱਪਰ ਵਿਕ ਰਹੀਆਂ ਨੇ। ਪਰ ਗੁਰਮੁਖ ਕਿਉਂ ਨਹੀਂ ਖਰੀਦ ਰਿਹਾ ਉਸ ਨੂੰ? ਕਿਉਂਕਿ ਉਸ ਦੇ ਕੰਮ ਦੀਆਂ ਨਹੀਂ ਨੇ। ਦੁਕਾਨ ਤੇ ਹਰ ਚੀਜ਼ ਵਿਕਣ ਦੇ ਲਈ ਆਈ ਹੈ, ਪਰ ਇੱਕ ਸਟੋਰ ਦੇ ਵਿੱਚ ਵੜਨ ਤੋਂ ਬਾਅਦ ਆਪ ਹਰ ਵਸਤੂ ਨੂੰ ਨਹੀਂ ਖਰੀਦ ਰਹੇ, ਸਿਰਫ ਉਸ ਵਸਤੂ ਨੂੰ ਖਰੀਦ ਰਹੇ ਹੋ ਜਿਸ ਦਾ ਆਪ ਦੀ ਜ਼ਿੰਦਗੀ ਵਿੱਚ ਅਰਥ ਹੈ। ਗੁਰਮੁਖ ਦੀ ਜ਼ਿੰਦਗੀ ਦੇ ਵਿੱਚ ਸਿਗਰਟ ਦਾ, ਸ਼ਰਾਬ ਦਾ ਕੋਈ ਅਰਥ ਨਹੀਂ, ਕੋਈ ਮਹਿਨਾ ਨਹੀਂ ਹੈ। ਮਨਮੁਖ ਦੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਮਹਿਨਾ, ਬਹੁਤ ਕੀਮਤੀ ਰੱਖਦੀ ਹੈ। ਇਸ ਕਰਕੇ ਉਹ ਕਈ ਵਾਰੀ ਨਾ ਮਿਲੇ ਤੇ ਬਲੈਕ ਤੇ ਵੀ ਖਰੀਦਦਾ, ਕਿਉਂਕਿ ਉਸ ਦੇ ਲਈ ਉਹ ਨਸ਼ਾ ਹੈ, ਸਾਧਨ ਹੈ, ਪਰ ਅਰਥ ਨਹੀਂ ਰੱਖਦੀ ਕੋਈ। ਅਰਥ ਦਾ ਉਸ ਨੂੰ ਕਿਉਂ ਨਹੀਂ ਪਤਾ? ਕਿਉਂਕਿ ਉਹ ਦੁਨਿਆਵੀ ਮਨਮੁਖ ਹੈ। ਜੀਵਨ ਅਰਥ ਦਾ ਹੀ ਨਾਮ ਹੈ ਔਰ ਅਰਥ ਦੇ ਇਸ ਪਦਾਰਥ ਨੂੰ ਬੇਅਰਥਾ ਜਿਹੜੇ ਗਵਾ ਦਿੰਦੇ ਨੇ ਉਹ ਮਨਮੁਖ ਨੇ। ਕਿਉਂ? ਕਿਉਂਕਿ ਸਤਿਗੁਰ ਨੇ ਤਾਂ ਨਾਮ ਦ੍ਰਿੜਾਇਆ, ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਮੇ ਜੀਵਨ ਬਿਰਥਾ। ਸਤਿਗੁਰ ਨੇ ਗੱਲ ਸਮਝਾ ਦਿੱਤੀ ਕਿ ਜਿਹੜਾ ਨਾਮ ਮੈਂ ਤੁਹਾਨੂੰ ਦ੍ਰਿੜਾ ਰਹੀ ਹਾਂ, ਉਸ ਨਾਮ ਤੋਂ ਬਿਨਾਂ ਜੀਵਨ ਬਿਰਥਾ ਹੈ, ਬੇਅਰਥ ਹੈ। ਇਹ ਰਹਾਉ ਦੀ ਮੁਬਾਰਕ ਪੰਕਤੀ ਹੈ। ਪਰ ਇੰਨੀ ਵੱਡੀ ਗੱਲ ਨਹੀਂ ਸਮਝ ਲੱਗੀ ਮੇਰੇ ਵਰਗਿਆਂ ਨੂੰ। ਕਿਹਨਾਂ ਨੂੰ? ਜਿਹੜੇ ਮੂੜ ਸਨ, ਮੂਰਖ ਸਨ। ਮਨਮੁਖ ਮੂਰਖ ਹੀ ਹੈ। ਬਿਨ ਗੁਰ ਮੂੜ ਪਏ ਹੈ ਮਨਮੁਖ। ਗੁਰੂ ਤੋਂ ਬਿਨਾਂ ਮੂਰਖਪਨਾ ਹੀ ਹੈ। ਕਿਉਂਕਿ ਮਨੁੱਖ ਜਿਹੜੀਆਂ ਬਹਿਸਬਾਜ਼ੀਆਂ ਵੀ ਕਰਦਾ ਨਾ, ਸਿੱਖੀ ਢਿੱਡ 'ਚ ਹੋਣੀ ਚਾਹੀਦੀ ਹੈ ਜੀ, ਆ ਨਹੁੰ ਕਟਾ ਲੇ ਤੇ ਵਾਲ ਵੀ ਕਟਾ ਲੇ, ਇੱਦਾਂ ਦੀਆਂ ਜਿਹੜੀਆਂ ਗੱਲਾਂ। ਜਾਂ ਫਿਰ ਧਰਮ ਦੇ ਵਿੱਚ ਕੀ ਪਿਆ ਜੀ, ਜੋ ਹੈ ਸੋ ਖਾ ਜੋ, ਕਰ ਲਓ ਐਸ਼, ਇਹ ਅਗਲਾ ਜਨਮ ਕਿਨੇ ਦੇਖਿਆ ਹੈ, ਇਹ ਜਨਮ ਬੜਾ ਮਿੱਠਾ ਹੈ, ਅਗਲਾ ਕਿਨੇ ਡਿੱਠਾ ਹੈ। ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਕੌਣ ਕਰੇਗਾ? ਮੂਰਖ ਹੀ ਕਰੇਗਾ। ਮਨਮੁਖ ਹੀ ਐਸੀਆਂ ਗੱਲਾਂ ਕਰੇਗਾ ਨਾ। ਸਿੱਖੀ ਢਿੱਡ 'ਚ ਹੋਣੀ ਚਾਹੀਦੀ। ਤੇ ਮੇਰੇ ਵਰਗਾ ਬੰਦਾ ਕਹਿੰਦਾ ਜੀ ਗੱਲ ਤਾਂ ਠੀਕ ਆਖ ਰਿਹਾ ਨਾ।
ਕਿਉਂਕਿ ਮੇਰੇ ਵਰਗਾ ਬੰਦਾ ਮੂੜ ਹੈ, ਮੂਰਖ ਹੈ। ਮੂਰਖ ਨੇ ਉਸ ਨੂੰ ਠੀਕ ਆਖਿਆ, ਉਹਨੂੰ ਫਿਰ ਬੜਾ ਹੌਸਲਾ ਮਿਲਿਆ ਕਿ ਸਿੱਖੀ ਤੇ ਵਾਕਈ ਢਿੱਡ ਚ ਹੋਣੀ ਚਾਹੀਦੀ ਜੀ। ਇਹ ਮਨਮੁੱਖਾਂ ਵਾਲੀਆਂ ਗੱਲਾਂ ਨੇ, ਇਹ ਮੂਰਖਾਂ ਵਾਲੀਆਂ ਗੱਲਾਂ ਨੇ। ਕਿਉਂ? ਕਿਉਂਕਿ ਬਿਨ ਗੁਰ ਦਾ ਮਤਲਬ ਕਿ ਗੁਰੂ ਦੀ ਗੱਲ ਨਹੀਂ ਸਮਝੇ। ਜੇ ਗੁਰੂ ਦੀ ਗੱਲ ਸਮਝ ਜਾਂਦੇ ਨਾ ਤਾਂ ਫਿਰ ਉਹ ਇੱਦਾਂ ਨਾ ਕਹਿੰਦੇ, ਉਹ ਫਿਰ ਕੇਸ ਰੱਖ ਲੈਂਦੇ। ਸਿੱਖੀ ਢਿੱਡ ਚ ਹੋਣੀ ਚਾਹੀਦੀ ਹੈ। ਨਹੁੰ ਕਟਾਲੇ ਤੇ ਵਾਲ ਕਟਾਲੇ, ਕੀ ਫਰਕ ਪੈ ਗਿਆ ਜੀ? ਇਹ ਤਾਂ ਘਰ ਦੀ ਖੇਤੀ ਹੈ ਜੀ। ਜਦੋਂ ਗੁਰੂ ਦੀ ਮੋਹਰ ਨੂੰ ਘਰ ਦੀ ਖੇਤੀ ਦੱਸਦਾ, ਇਹਦਾ ਮਤਲਬ ਉਸਨੇ ਆਪਣਾ ਮਨ ਗੁਰੂ ਦੇ ਹਵਾਲੇ ਕੀਤਾ ਹੀ ਨਹੀਂ। ਨਹੀਂ ਗੁਰੂ ਮਿਲਿਆ ਤਾਂ ਮੂੜ ਹੈ ਮਨੁੱਖ ਬਿਨ ਗੁਰ, ਕਿਉਂਕਿ ਗੁਰੂ ਮਿਲੇਗਾ ਤਾਂ ਨਾਮ ਮਿਲੇਗਾ ਨਾ। ਬਿਨ ਗੁਰ ਮੂੜ ਪਏ ਹੈ। ਕੌਣ ਮੂੜ ਪਏ ਹੈ? ਮਨਮੁੱਖ। ਕਿਉਂ? ਤੇ ਮੋਹ ਮਾਇਆ ਨਿਤ ਫਾਤਾ। ਉਹ ਨਿਤ ਮੋਹ ਮਾਇਆ ਦੇ ਵਿੱਚ ਫਸਦੇ ਨੇ, ਇੱਕ ਦਿਨ ਨਹੀਂ, ਨਿਤਾ ਪ੍ਰਤੀ। ਕਿਉਂਕਿ ਉਹਨਾਂ ਦਾ ਜੋ ਜੀਵਨ ਦਾ ਭ੍ਰਿਸ਼ਟਾਚਾਰ ਹੈ ਉਹ ਨਿਤਾ ਪ੍ਰਤੀ ਹੈ। ਉਹਨਾਂ ਦੇ ਮਨ ਦੇ ਅੰਦਰ ਜੋ ਜੀਵਨ ਦੀਆਂ ਮਨਮੁੱਖਾਂ ਵਾਲੀਆਂ ਗੱਲਾਂ ਨੇ ਉਹ ਨਿਤਾ ਪ੍ਰਤੀ ਦੀ ਉਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਸ਼ਾਮਲ ਹੋ ਗਈਆਂ ਨੇ। ਇਸ ਕਰਕੇ ਸਾਡੇ ਸਤਿਗੁਰਾਂ ਨੇ ਸਾਡੀ ਜ਼ਿੰਦਗੀ ਵਿੱਚ ਇੱਕ ਧਰਮ ਸ਼ਾਮਲ ਕਰ ਦਿੱਤਾ ਤਾਂ ਕਿ ਨਿਤਾ ਪ੍ਰਤੀ ਤੇਰੇ ਮਨ ਵਿੱਚ ਧਰਮ ਔਰ ਕਰਮ ਸ਼ਾਮਲ ਰਹੇ। ਐਸੇ ਮਨੁੱਖ ਕਿਉਂ ਮਨਮੁੱਖ, ਕਿਉਂ ਮੂੜ ਹੋਏ ਨੇ, ਕਿਉਂ ਨਿਤ ਫਸ ਰਹੇ ਨੇ? ਕਿਉਂਕਿ ਤਿੰਨ ਸਾਧੂ ਚਰਨ ਨ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ। ਅਕਾਥਾ, ਅਕਾਥਾ ਹੁੰਦਾ ਹੈ ਬੇਫਾਇਦਾ। ਮਾਨਸ ਜਨਮ ਅਕਾਰਤ ਖੋਜਤ, ਲਾਜ ਨ ਲੋਕ ਹਸਨ ਕੀ। ਆਸਾ ਰਾਗ ਦੇ ਵਿੱਚ ਪਾਤਸ਼ਾਹ 9ਵੀਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਕ 411 ਹੈ। ਮਾਨਸ ਜਨਮ ਅਕਾਰਤ ਖੋਜਤ, ਲਾਜ ਨ ਲੋਕ ਹਸਨ ਕੀ। ਬੜੇ ਗਹਿਰੇ ਅਰਥ ਨੇ ਇਹਦੇ। ਜਨਮ ਅਕਾਰਤ ਕੀਨ, ਪਾਤਸ਼ਾਹ 9ਵੀਂ ਨੇ ਇਹ ਵੀ ਕਿਹਾ ਨਾ, ਜਨਮ ਜਨਮ ਭਰਮਤ ਫਿਰਿਓ। ਅਕਾਰਤ ਅਕਾਤ ਹੈ ਭਾਵ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ, ਅਕ ਔਰ ਅਕਾਰਤ। ਅਰਥ ਜਿਸ ਦਾ ਕੋਈ ਅਰਥ ਹੀ ਨਹੀਂ, ਬੇਮੈਨਾ, ਬਗੈਰ ਮਤਲਬ ਦੇ। ਜਿਸ ਦਾ ਕੋਈ ਮੈਨਾ ਨਹੀਂ, ਜਿਸ ਦਾ ਕੋਈ ਮਤਲਬ ਨਹੀਂ ਹੈ, ਉਸ ਦਾ ਕੋਈ ਫਾਇਦਾ ਵੀ ਨਹੀਂ ਹੈ, ਲਾਭ ਵੀ ਨਹੀਂ ਹੈ। ਸਤਿਗੁਰਾਂ ਨੇ ਇਸੇ ਕਰਕੇ ਹੀਰੇ ਦੀ ਗੱਲ ਸਮਝਾਈ, ਰਤਨ, ਕਿਉਂਕਿ ਮਨੁੱਖ ਨੂੰ ਇਹ ਭਾਸ਼ਾ ਬੜੀ ਜਲਦੀ ਸਮਝ ਲੱਗਦੀ ਹੈ। ਇਸ ਕਰਕੇ ਮਨੁੱਖ ਕੋਈ ਵੀ ਜ਼ਿੰਦਗੀ ਵਿੱਚ ਉਹ ਕੰਮ ਨਹੀਂ ਕਰਦਾ ਜਿਸ ਦੇ ਵਿੱਚ ਉਸ ਨੂੰ ਘਾਟਾ ਪੈ ਰਿਹਾ ਹੋਵੇ ਜਾਂ ਘਾਟਾ ਪੈਣ ਦੀ ਉਮੀਦ ਹੋਵੇ। ਹਮੇਸ਼ਾ ਉਹ ਹਰ ਗੱਲ ਦੇ ਲਈ ਕੀਮਤ ਪਾਲਦਾ, ਲਾਭ ਪਾਲਦਾ, ਫਾਇਦਾ ਪਾਲਦਾ ਹੈ। ਮਨਮੁੱਖ ਵੀ ਜਿਹੜਾ ਹੈ ਉਹ ਆਪਣੀ ਹਉਮੈ ਨੂੰ ਪੱਠੇ ਦੇਣ ਦੇ ਲਈ ਫਾਇਦਾ ਹੀ ਭਾਲਦਾ ਕਿ ਇੱਥੇ ਮੇਰਾ ਫਾਇਦਾ ਕੀ ਹੋਏਗਾ। ਇਸ ਕਰਕੇ ਦੁਨਿਆਵੀ ਤੌਰ ਉੱਪਰ ਆਪਣੇ ਫਾਇਦੇ ਦੇ ਲਈ ਉਹ ਦੁਨੀਆ ਦੇ ਵਿੱਚ ਮਨਮੁੱਖਾਂ ਵਾਲੇ ਕਰਮ ਕਰੀ ਜਾ ਰਹੇ, ਆਪਣੇ ਫਾਇਦੇ ਦੇ ਲਈ। ਗੁਰਮੁਖ ਵੀ ਜਿਹੜਾ ਕੰਮ ਕਰਦਾ ਉਹ ਲੋਕਾਂ ਨੂੰ ਵੀ ਫਾਇਦਾ ਕਰਵਾ ਦਿੰਦਾ ਹੈ। ਨਾਮ ਸਤਿਗੁਰਾਂ ਨੇ ਸਾਨੂੰ ਦਿੱਤਾ, ਆਪਣਾ ਵੀ ਫਾਇਦਾ ਹੋਇਆ, ਕਿਉਂਕਿ ਦੇਣ ਵਾਲਾ ਵੀ ਜਪੇਗਾ ਔਰ ਜਿਹੜਾ ਉਸ ਦੇ ਕੋਲ ਆਵੇਗਾ, ਜਿਹੜਾ ਲੈ ਰਿਹਾ ਉਹ ਵੀ ਜਪੇਗਾ। ਇਹ ਜਪਣ ਦੀ ਇੱਕ ਕਿਰਿਆ ਹੈ। ਦੇਣ ਵਾਲਾ ਵੀ ਜਪ ਰਿਹਾ, ਲੈਣ ਵਾਲਾ ਵੀ ਜਪ ਰਿਹਾ। ਇਸ ਤਰ੍ਹਾਂ ਹੀ ਬੇਈਮਾਨੀ ਦੀ ਕਮਾਈ ਦੇ ਵਿੱਚ ਲੈਣ ਵਾਲਾ ਵੀ, ਜੇ ਰਿਸ਼ਵਤ ਦੇਣ ਵਾਲਾ ਬੇਈਮਾਨ ਹੈ, ਜੇ ਰਿਸ਼ਵਤ ਲੈਣ ਵਾਲਾ ਬੇਈਮਾਨ ਹੈ, ਤੇ ਰਿਸ਼ਵਤ ਦੇਣ ਵਾਲਾ ਵੀ ਬੇਈਮਾਨ ਹੈ। ਕਿਵੇਂ ਕਰਨੀ? ਉਹ ਰਿਸ਼ਵਤ ਦੇ ਕਿਉਂ ਰਿਹਾ? ਕਿਉਂਕਿ ਉਹ ਆਪਣਾ ਕੰਮ ਅੰਡਰ ਦਾ ਟੇਬਲ ਬੇਈਮਾਨੀ ਦਾ ਕਰਵਾਉਣਾ ਚਾਹੁੰਦਾ। ਕੋਈ ਨਾ ਕੋਈ ਉਸ ਦੇ ਕੰਮ ਵਿੱਚ ਬੇਈਮਾਨੀ ਹੈ ਤਾਂ ਹੀ ਉਹ ਰਿਸ਼ਵਤ ਦੇ ਰਿਹਾ ਨਾ। ਲੈਣ ਵਾਲਾ ਤਾਂ ਹੈ ਹੀ ਹੈ। ਇਸੇ ਕਰਕੇ ਦੁਨਿਆਵੀ ਕਾਨੂੰਨ ਦੇ ਵਿੱਚ ਰਿਸ਼ਵਤ ਲੈਣਾ ਔਰ ਦੇਣਾ ਦੋਨੋਂ ਹੀ ਜ਼ੁਰਮ ਨੇ। ਦੁਨਿਆਵੀ ਕਾਨੂੰਨ ਦੀ ਗੱਲ ਕਰ ਰਹੇ, ਤੇ ਜੇ ਰੱਬੀ ਕਾਨੂੰਨ ਦੀ ਗੱਲ ਹੈ ਤਾਂ ਫਿਰ ਗੁਰਮੁਖ ਔਰ ਮਨਮੁਖ ਦੇ ਲਈ ਵੀ ਇਹੋ ਗੱਲ ਹੈ। ਮਨਮੁਖ ਕਿਉਂ ਹੈ? ਗੁਰਮੁਖ ਕਿਉਂ ਹੈ? ਕਿਉਂਕਿ ਉਹ ਨਾਮ ਦੇ ਲਿਆ, ਉਹ ਨਾਮ ਲੈ ਰਿਹਾ। ਮਨਮੁਖ ਹਉਮੈ ਦਾ ਹੀ ਵਪਾਰ ਕਰ ਰਿਹਾ, ਉਸ ਦੇ ਕੋਲ ਕੁਝ ਹੈ ਹੀ ਨਹੀਂ ਉਸ ਤੋਂ ਇਲਾਵਾ, ਦੁਰਾਚਾਰ ਤੋਂ ਇਲਾਵਾ। ਤਾਂ ਸਤਿਗੁਰ ਕਹਿੰਦੇ ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲ ਹੋ ਜਨਮ ਸਨਾਥਾ। ਸਨਾਥਾ ਸਾਜ ਮਨਾਥ, ਜਿਹਦਾ ਸਾਰਸ ਰਸਤੇ ਨਾਲ ਭਰੇ ਹੋ, ਨਾਥ ਜਿਨ੍ਹਾਂ ਦਾ ਨਾਥ ਵਾਲੇ, ਖਸਮ ਵਾਲੇ, ਮਾਲਕ ਵਾਲੇ ਨਾਥ ਪਰਮਾਤਮਾ ਹੈ। ਇਨ ਤੇ ਕਹੋ ਤੁਮ ਕਵਨ ਸੁਨਾਥਾ। ਗੌੜੀ ਰਾਗ ਦੇ ਵਿੱਚ ਆਪਾਂ ਸੁਖਮਨੀ ਸਾਹਿਬ ਜੀ ਦਾ ਵੀ ਪਾਠ ਕਰਦੇ ਹਾਂ। तो सतगुर कहते ने मोको कीजे दास दास दासन को हर दया धार जगन्नाथा। ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈ ਲੈਂਦੇ ਨੇ ਉਹ ਖਸਮ ਵਾਲੇ ਬਣ ਜਾਂਦੇ ਨੇ।
ਉਹਨਾਂ ਦੀ ਜ਼ਿੰਦਗੀ ਸਫਲ ਹੈ, ਆਤਮਿਕ ਜ਼ਿੰਦਗੀ ਉਹਨਾਂ ਦੀ ਸਫਲ ਹੀ ਹੈ। ਔਰ ਸਤਿਗੁਰ ਕਹਿੰਦੇ ਨੇ ਇਸ ਕਰਕੇ ਮੇਰੇ ਉੱਪਰ ਵੀ ਮਿਹਰ ਕਰ, ਮੈਨੂੰ ਵੀ ਦਾਸ ਕਰ ਦੇ ਉਹਨਾਂ ਦਾਸਾਂ ਦਾ ਜਿਹੜੇ ਤੇਰੇ ਦਾਸਾਂ ਦੇ ਵੀ ਦਾਸ ਨੇ, ਭਾਵ ਮੈਂ ਵੀ ਪਹੁੰਚ ਸਕਾਂ ਕਿਸੇ ਨਾ ਕਿਸੇ ਤਰੀਕੇ ਤੇਰੇ ਦਰ ਤੇ। ਕਿਉਂਕਿ ਅਸੀਂ ਕੀ ਹਾਂ, ਹਮ ਅੰਧਲੇ। ਕਿਉਂ ਅੰਧਲੇ ਹਾਂ? ਕਿਉਂਕਿ ਗਿਆਨਹੀਨ, ਹਮ ਅੰਧਲੇ ਗਿਆਨਹੀਨ। ਤੇ ਗਿਆਨਹੀਨ ਕੌਣ ਨੇ? ਅਗਿਆਨੀ। ਹਮ ਅੰਧਲੇ ਗਿਆਨਹੀਨ ਅਗਿਆਨੀ। ਪ੍ਰਸ਼ਨ ਕੀ ਹੈ? ਕਿਉਂ ਚਾਲੇ ਮਾਰਗ ਪੰਥਾ? ਕਿਉਂ ਦਾ ਮਤਲਬ ਹੈ ਕਿਵੇਂ ਚਲੀਏ। ਇਹ ਨਤੀਜਾ ਨਿਸ਼ਕਰਸ਼ ਦਿੱਤਾ ਹੈ ਸਤਿਗੁਰ ਨੇ ਆਖਰੀ ਪਾਵਨ ਪੰਕਤੀਆਂ ਦੇ ਵਿੱਚ। ਹਮ ਅੰਧਲੇ ਕੋ ਗੁਰ ਅੰਚਲ ਦੀਜੇ, ਜਨ ਨਾਨਕ ਚਲੇ ਮਿਲਨ ਥਾ। ਜਿਹੜਾ ਵੈਸੇ ਅੰਨਾ ਹੋਵੇ ਨਾ, ਉਹ ਕਿਸੇ ਦਾ ਸਹਾਰਾ ਲੈ ਕੇ ਤੁਰਿਆ ਜਾਂਦਾ। ਸਤਿਗੁਰ ਕਹਿੰਦੇ ਅਸੀਂ ਵੀ ਅਗਿਆਨਹੀਨ ਅੰਨੇ ਹੀ ਹਾਂ, ਪਰ ਗੁਰੂ ਦਾ ਪੱਲਾ ਪਕੜ ਲਿਆ, ਤੇਰੇ ਪੱਲੇ ਦੇ ਨਾਲ ਲੱਗ ਗਏ, ਔਰ ਤੇਰੇ ਪੱਲੇ ਦੇ ਨਾਲ ਲੱਗ ਕੇ ਤੇਰੇ ਪਿੱਛੇ ਪਿੱਛੇ ਤੇਰੇ ਦੱਸੇ ਹੋਏ ਰਸਤੇ ਤੇ ਤੁਰ ਪਏ, ਤੇਰੇ ਰਸਤੇ ਤੇ ਤੁਰ ਪਏ ਤਾਂ ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰੇ ਮਾਤਾ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਬਹੁਤ ਬਹੁਤ ਸ਼ੁਕਰਾਨਾ ਹੋਈਆਂ। ਆਪ ਸੁਣ ਰਹੇ ਹੋ ਚੜ੍ਹਦੀ ਕਲਾ ਦਾ ਪ੍ਰੋਗਰਾਮ ਆਪਣੇ ਦਾਸ ਗੁਰਦੀਪ ਸਿੰਘ ਦੇ ਨਾਲ। ਤੋਂ ਅੱਜ ਦੇ ਸਮੇਂ ਦੇ ਦੌਰਾਨ ਅੱਜ ਦੇ ਪਵਿੱਤਰ ਮਹਾਂਫਰਮਾਨ ਦੇ ਉੱਤੇ ਵਿਚਾਰ ਕਰਦੇ ਹਾਂ। ਅਨੇਕਾਂ ਹੀ ਕਿਸਮ ਦੀਆਂ ਜੋ ਭੁੱਲਾਂ ਚੁੱਕਾਂ ਗੁਸਤਾਖੀਆਂ ਆਪ ਜੀ ਦੇ ਦਾਸ ਪਾਸੋਂ ਹੋ ਗਈਆਂ ਨੇ, ਉਸ ਦੇ ਲਈ ਆਪ ਜੀ ਦਾ ਦਾਸ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਖਿਮਾ ਮੰਗਦਾ ਹੈ। ਅੱਜ 22 ਅਗਸਤ ਹੈ ਸਾਲ 2011। 22 ਅਗਸਤ 2011 ਵਾਲਾ दिन और 22 अगस्त 1922 वाले दिन गुरु के बाग ਦਾ ਮੋਰਚਾ ਲੱਗਾ ਸੀ, ਕਿਉਂਕਿ ਗੁਰੂ ਕਾ ਬਾਗ ਗੁਰਦੁਆਰਾ ਮਹੰਤ ਸੁੰਦਰ ਦਾਸ ਦੇ ਕੰਟਰੋਲ ਹੇਠ ਸੀ। ਅੱਜ ਦੇ ਦਿਨ ਭਾਵ 22 ਅਗਸਤ 1922 ਵਾਲੇ ਦਿਨ ਬਾਬਰ ਅਕਾਲੀ ਦੁਆਬਾ ਵੱਲੋਂ ਜਿਹੜੀਆਂ ਸਿੱਖਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਸਨ, ਜਿਵੇਂ ਕਿ ਸਿੱਖਾਂ ਦੇ ਲੀਡਰ ਮਾਸਟਰ ਮੋਤਾ ਸਿੰਘ ਸਾਹਿਬ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਇਸ ਤਰ੍ਹਾਂ ਹੋਰ ਕਈ ਸਿੱਖਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਚੱਲ ਰਹੀਆਂ ਸਨ ਲਗਾਤਾਰ। ਇਹਨਾਂ ਗ੍ਰਿਫਤਾਰੀਆਂ ਦੇ ਲਈ ਆਪਣੇ ਰੋਸ ਦਾ ਪ੍ਰਗਟਾਵਾ ਦਿਖਾਉਣ ਦਾ ਮਤਾ ਪਾਸ ਕੀਤਾ ਗਿਆ ਸੀ ਬਾਬਰ ਅਕਾਲੀ ਦਲ ਵੱਲੋਂ, ਬਾਬਰ ਅਕਾਲੀਆਂ ਵੱਲੋਂ, ਬਾਬਰ ਅਕਾਲੀ ਦੁਆਬਾ ਵੱਲੋਂ ਖਿਮਾ ਕਰਨੀ। ਜਿਹੜੇ ਦਲਿਤਾਂ ਦੇ ਆਗੂ ਸਨ ਡਾਕਟਰ ਭੀਮ ਸੈਨ ਅੰਬੇਦਕਰ, ਉਹਨਾਂ ਨੇ ਜਿਸ ਵਕਤ ਸਿੱਖ ਹੋ ਜਾਣ ਦਾ ਐਲਾਨ ਕੀਤਾ ਸੀ ਤਾਂ ਉਹਨਾਂ ਦੇ ਪਿੱਛੇ 5 ਮਿਲੀਅਨ ਤੋਂ ਵੀ ਵੱਧ ਜਿਹੜੇ ਦਲਿਤ ਸਨ ਉਹ ਗੁਰ ਕੇ ਸਿੰਘ ਸਜਣ ਦੇ ਲਈ ਤਿਆਰ ਹੋ ਗਏ ਸਨ। ਲੇਕਿਨ ਅੱਜ ਦੇ ਦਿਨ ਭਾਵ 22 ਅਗਸਤ 1936 ਵਾਲੇ ਦਿਨ ਹਿੰਦੁਸਤਾਨ ਦੇ ਪਿਤਾਮਾ, ਜਿਨ੍ਹਾਂ ਨੂੰ ਉਹ ਮਹਾਤਮਾ ਗਾਂਧੀ ਕਹਿੰਦੇ ਨੇ, ਮੋਹਨਦਾਸ ਕਰਮਚੰਦ ਗਾਂਧੀ ਨੇ ਇਹ ਕਿਹਾ ਸੀ ਕਿ ਇਹ ਇੱਕ ਬਹੁਤ ਹੀ ਡੇਂਜਰਸ ਪ੍ਰਪੋਜ਼ਲ ਹੈ। ਜੇ ਉਹ ਯਾਨੀ ਕਿ 5 ਮਿਲੀਅਨ ਦਲਿਤ ਅਗਰ ਸਿੱਖ ਬਣ ਜਾਂਦੇ ਨੇ, ਸਿੰਘ ਸੱਜ ਜਾਂਦੇ ਨੇ, ਤਾਂ ਉਹਨਾਂ ਨੇ ਅੱਜ ਦੇ ਦਿਨ ਉਹਨਾਂ ਨੂੰ ਹਰਿਜਨ ਦਾ ਨਾਮ ਦਿੱਤਾ ਸੀ ਕਿ ਉਹ ਪਹਿਲਾਂ ਹੀ ਰੱਬ ਦੇ ਬੰਦੇ ਨੇ। ਤੋ ਇਸ ਤਰ੍ਹਾਂ ਦੀਆਂ ਚਾਲਾਂ ਉਸ ਵਕਤ ਖੇਡੀਆਂ ਗਈਆਂ ਸਨ। ਕੁਝ ਸਾਡੇ ਆਪਣੇ ਲੀਡਰਾਂ ਦੀਆਂ ਨਲਾਇਕੀਆਂ ਸਨ ਕਿ ਡਾਕਟਰ ਅੰਬੇਦਕਰ ਸਿੰਘ ਨਹੀਂ ਸੱਜ ਸਕੇ, ਉਹ ਫਿਰ ਬਾਅਦ ਦੇ ਵਿੱਚ ਬੋਧੀ ਬਣ ਗਏ। ਅੱਜ ਦੇ ਦਿਨ ਭਾਵ 22 ਅਗਸਤ 1986 ਵਾਲੇ ਦਿਨ ਸਿੱਖਾਂ ਦੇ ਬਹੁਤ ਹੀ ਪਿਆਰੇ ਆਰਟਿਸਟ ਸੋਭਾ ਸਿੰਘ ਸਾਹਿਬ ਜੀ, ਉਹਨਾਂ ਦਾ ਅੱਜ ਦੇ ਦਿਨ ਦੇਹਾਂਤ ਹੋ ਗਿਆ ਸੀ। ਸੋਭਾ ਸਿੰਘ ਜੀ ਦੀਆਂ ਬਣਾਈਆਂ ਹੋਈਆਂ ਫੋਟੋਆਂ, ਉਹਨਾਂ ਦੇ ਬਣਾਏ ਹੋਈਆਂ ਤਸਵੀਰਾਂ ਬਹੁਤ ਹੀ ਮਕਬੂਲ, ਬਹੁਤ ਹੀ ਸਲਾਹੀਆਂ ਗਈਆਂ। ਅੱਜ ਦੇ ਦਿਨ ਉਹ ਸਦੀਵੀ ਵਿਛੋੜਾ ਦੇ ਗਏ ਸਨ, ਯਾਨੀ ਕਿ ਅੱਜ ਦੇ ਦਿਨ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਅੱਜ ਦੇ ਦਿਨ ਭਾਵ 22 ਅਗਸਤ 1957 ਵਾਲੇ ਦਿਨ ਜੋ ਪਵਿੱਤਰ ਦਰਬਾਰ ਸਾਹਿਬ ਜੀ ਦੀ, ਸਰੋਵਰ ਸਾਹਿਬ ਜੀ ਦੀ ਬੇਅਦਬੀ ਕੀਤੀ ਜਾ ਰਹੀ ਸੀ ਬਾਰ-ਬਾਰ, ਉਸ ਦੇ ਰੋਸ ਵਜੋਂ ਪੰਜਾਬ ਭਰ ਦੇ ਵਿੱਚ ਹੜਤਾਲ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ 11 ਅਗਸਤ 1957 ਨੂੰ ਦਰਬਾਰ ਸਾਹਿਬ ਵਿਖੇ ਜੋ ਬੇਅਦਬੀ ਹੋਈ ਸੀ ਉਸ ਵਿਰੁੱਧ ਰੋਸ ਪ੍ਰਗਟਾਵਾ ਕਰਨ ਦੇ ਲਈ 12 ਦਿਨਾਂ ਤੱਕ ਲਗਾਤਾਰ ਰੋਸ ਮਨਾਏ ਜਾਣ ਦੀ ਅਪੀਲ ਕੀਤੀ ਗਈ ਸੀ। ਅਤੇ ਅੱਜ ਦੇ ਦਿਨ ਭਾਵ 22 ਅਗਸਤ 1957 ਵਾਲੇ ਦਿਨ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਬਹੁਤ ਹੀ ਸਫਲ ਹੜਤਾਲ ਕੀਤੀ ਗਈ ਸੀ। ਅੱਜ ਦੇ ਦਿਨ ਭਾਵ 22 ਅਗਸਤ 1960 ਵਾਲੇ ਦਿਨ ਕਰਨਲ ਜੋਰਾਵਰ ਸਿੰਘ ਸਾਹਿਬ ਜੀ ਨਾਮ ਦੇ ਇੱਕ ਰਿਟਾਇਰਡ ਗੁਰਸਿੱਖ ਫੌਜੀ, ਜਿਨ੍ਹਾਂ ਨੇ ਪੰਜਾਬੀ ਮੋਰਚੇ ਦੇ ਦੌਰਾਨ ਗ੍ਰਿਫਤਾਰੀਆਂ ਦੇਣ ਦੇ ਲਈ ਅੱਗੇ ਆਏ ਸਿੰਘਾਂ ਦੇ ਵਿੱਚੋਂ ਜਿਹੜੇ ਇੱਕ ਸਨ, ਜਿਸ ਵਕਤ ਉਹਨਾਂ ਨੂੰ ਜੇਲ੍ਹ ਦੇ ਵਿੱਚ ਲਿਜਾਂਦਾ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਯਾਨੀ ਕਿ ਦਿਲ ਦਾ ਦੌਰਾ ਪਿਆ ਅਤੇ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਤੋ ਇਹ